पेश है श्री बूटा सिंह चौहान की लिखी हुई कहानी बिल्लियां अखां वाली। गरदयालो 2 वजे वाली गड्डी उतरी। स्टेशन विच दी लंघ के वो अजे नंबरदारां दे खेत दे मत्थे ते गई सी। ਉਹਨੂੰ ਅੱਗਿਓਂ ਆਉਂਦਾ ਛੋਟਾ ਭਾਈ ਜਾਗਰ ਦਿਸਿਆ। ਉਹਦਾ ਚਿਹਰਾ ਉਦਾਸ ਸੀ। ਉਹਨੇ ਕੱਛ 'ਚ ਕੱਖਾਂ ਵਾਲੀ ਪੱਲੀ ਦਿੱਤੀ ਹੋਈ ਸੀ ਅਤੇ ਪੱਲੀ 'ਚ ਦਾਤੀ ਸੀ। ਉਹ ਨੇੜੇ ਆਇਆ ਤਾਂ ਗਰਦਿਆਲੋ ਨੇ ਉਛੜਦੇ ਮੋਹ ਨਾਲ ਉਹਦੇ ਮੋਢੇ ਉੱਤੋਂ ਦੀ ਬਾਂਹ ਪਾ ਕੇ ਆਪਣੀ ਹਿੱਕ ਨਾਲ ਲਾ ਕੇ ਆਖਣ ਲੱਗੀ, ਰਾਜੀ ਹੈ ਮੇਰਾ ਸਿਆਣਾ ਵੀਰ। ਉਹ ਸੁਣ ਕੇ ਬੋਲਿਆ ਨਹੀਂ, ਸਗੋਂ ਵਿਡਰੀਆਂ ਅੱਖਾਂ ਨਾਲ ਝਾਕਦਾ ਰਿਹਾ। ਉਹ ਪੁੱਛਣ ਲੱਗੀ, ਕੀ ਹੋ ਗਿਆ ਤੈਨੂੰ? ਵੱਡੇ ਬਾਈ ਨੇ ਤਾਂ ਨਹੀਂ ਮਾਰਿਆ? ਜਾਗਰ ਨੇ ਨਾਹ 'ਚ ਸਿਰ ਮਾਰਿਆ ਅਤੇ ਖੇਤ ਵੱਲ ਤੁਰਨ ਲੱਗਿਆ, ਪਰ ਗਰਦਿਆਲੋ ਨੇ ਉਹਦੀ ਬਾਂਹ ਫੜ ਲਈ। ਆਖਣ ਲੱਗੀ, ਕੱਖ ਲੈ ਕੇ ਛੇਤੀ ਆ ਜੀ, ਕਪਾਹ ਖਿੜਨ ਤੇ ਆਈ ਪਈ ਐ। ਆਪਾਂ 4 ਵਾਲੀ ਗੱਡੀ ਮੁੜਾਂਗੇ। ਉਹਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ। ਉਹਦੀ ਬੇਪਰਤੀਤੀ ਵੇਖ ਕੇ ਗਰਦਿਆਲੋ ਨੇ ਫਿਰ ਕਿਹਾ, ਆਏਗਾ ਨਾ ਛੇਤੀ ਮੁੜ ਕੇ? ਆ ਜਾਊਂਗਾ ਆਖ ਕੇ ਉਹ ਖੇਤ ਨੂੰ ਤੁਰ ਪਿਆ। ਜਾਗਰ ਨੂੰ ਉਧਰਿਆ ਵੇਖ ਕੇ ਗਰਦਿਆਲੋ ਦਾ ਦਿਲ ਡੁੱਬਣ ਲੱਗਿਆ। ਸੋਚਣ ਲੱਗੀ, ਅੱਜ ਉਹਨੂੰ ਕੀ ਹੋਇਆ ਹੈ? ਉਹ ਚਿਤਵਣ ਲੱਗੀ, ਹੋ ਸਕਦਾ ਹੈ ਆਂਢ ਗੁਆਂਢ ਦੇ ਮੁੰਡਿਆਂ ਨੇ ਉਹਨੂੰ ਜਰਦਾ ਖਵਾ ਦਿੱਤਾ ਹੋਵੇ ਜਾਂ ਬੀੜੀਆਂ ਪਿਆ ਦਿੱਤੀਆਂ ਹੋਣ ਤੇ ਉਹਦੇ ਵੱਡੇ ਬਾਈ ਨੇ ਘੂਰਤਾ ਹੋਵੇ। ਗਰਦਿਆਲੋ ਇਸ ਗੱਲੋਂ ਵੀ ਹੈਰਾਨ ਹੋ ਰਹੀ ਸੀ ਕਿ ਅੱਗੇ ਜਦੋਂ ਕਦੇ ਉਹਨੂੰ ਲੈਣ ਆਉਂਦੀ ਹੁੰਦੀ, ਉਹ ਆਪਣੀਆਂ ਭਾਣਜੀਆਂ ਦਾ ਹਾਲ ਚਾਲ ਪੁੱਛਦਾ, ਜਿਨ੍ਹਾਂ ਨੂੰ ਉਹ ਭੈਣਾਂ ਕਹਿੰਦਾ ਹੁੰਦਾ ਸੀ। ਪਰ ਅੱਜ ਜਾਗਰ ਉਹਦਾ ਛੋਟਾ ਭਾਈ ਸੀ। ਉਹ ਕਦੇ ਇੱਥੇ ਰਹਿੰਦੇ, ਕਦੇ ਉਹਦੇ ਕੋਲ ਮਰਜ਼ੀ ਦਾ ਮਾਲਕ ਸੀ। ਗਰਦਿਆਲੋ ਕੋਲ ਜਾਂਦਾ, ਉੱਥੇ ਰਹੀ ਜਾਂਦਾ। ਉਹਦਾ ਵੱਡਾ ਭਾਈ ਗੁਰਨਾਮ ਮੱਝਾਂ ਦਾ ਵਪਾਰੀ ਸੀ। ਉਹ ਧਨੌਲੇ ਮੰਡੀ ਤੇ ਆਉਂਦਾ। ਜੇ ਕੋਈ ਡੰਗਰ ਪਸ਼ੂ ਨਾ ਲਿਆ ਹੁੰਦਾ, ਉਹ ਭੈਣ ਕੋਲ ਆਉਂਦਾ, ਉਹਦੇ ਨਾਲ ਜਾਗਰ ਜਾਣ ਲਈ ਕਹਿੰਦਾ, ਉਹ ਲੈ ਜਾਂਦਾ। ਇੱਥੇ ਪਿੰਡ ਆਇਆ ਹੁੰਦਾ, ਗਰਦਿਆਲੋ ਜਾਂ ਉਹਦਾ ਘਰ ਵਾਲਾ ਇੱਥੇ ਦੁੱਖ ਦੇ ਸੁੱਖ ਦੇ ਆਉਂਦੇ। ਉਹਦਾ ਜੀ ਕਰਦਾ ਉਹਨਾਂ ਨਾਲ ਆ ਜਾਂਦਾ। ਇਸੇ ਤਰ੍ਹਾਂ ਆਲਮਪੁਰ ਤੋਂ ਛੰਨਾ ਆਉਂਦਾ ਜਾਂਦਾ ਹੀ ਉਹ 30 ਸਾਲ ਦਾ ਹੋ ਗਿਆ ਸੀ। ਜਾਗਰ ਨੂੰ ਖੇਤੀ ਦਾ ਕੰਮ ਨਹੀਂ ਸੀ ਆਉਂਦਾ। ਉਹ ਚੱਕ ਧਰ ਕਰਨ ਹੀ ਜਾਣਦਾ ਸੀ। ਜਿਹੜਾ ਕੰਮ ਹੋ ਰਿਹਾ ਹੁੰਦਾ ਉਹਨੂੰ ਨਾਲ ਲਾ ਲੈਂਦੇ। ਉਹ ਰੀਸੋ ਰੀਸ ਕਰੀ ਜਾਂਦਾ। ਖੇਤੋਂ ਪੱਠੇ ਵੱਢ ਕੇ ਲਿਆਉਣੇ, ਮੱਝਾਂ ਨੂੰ ਪਾਣੀ ਪਿਆਉਣਾ, ਛਟੀਆਂ ਪੁੱਟਣੀਆਂ, ਸੱਲਰੇ ਵੱਢਣੇ ਅਤੇ ਨਿੱਕੇ ਨਿੱਕੇ ਹੋਰ ਕੰਮ ਕਰਨੇ ਉਹਦੇ ਜੀਵਨ ਦਾ ਹਿੱਸਾ ਸੀ। ਉਹਦੀ ਭੈਣ ਦੇ ਘਰੇ ਜਦੋਂ ਕੋਈ ਕੰਮ ਨਾ ਹੁੰਦਾ, ਉਹ ਸੱਥ 'ਚ ਆ ਬਹਿੰਦਾ। ਉਹਦੇ ਲੰਮਾ ਕੁੜਤਾ ਪਾਇਆ ਹੁੰਦਾ, ਪਜਾਮੇ ਦੀ ਥਾਂ ਤੇ ਵੱਡੀ ਸਾਰੀ ਕੱਛ, ਸਿਰ ਤੇ ਢਹੀ ਜਿਹੀ ਪੱਗ ਬੰਨੀ ਹੁੰਦੀ। ਪੈਰੀ ਉਹ ਅੱਧ ਹੰਡੀ ਕਿਸੇ ਦੀ ਜੁੱਤੀ ਪਾ ਕੇ ਰੱਖਦਾ। ਹੱਥ ਤੇ ਘੜੀ ਬੰਨੀ ਹੁੰਦੀ। ਉਹਨੂੰ ਕੋਈ ਹੱਸ ਕੇ ਟਾਈਮ ਪੁੱਛਦਾ, ਉਹ ਅੱਖਰ ਲਮਕਾ ਕੇ ਕਹਿੰਦਾ, ਕੱਲ ਜਿੰਨੇ ਵੱਜ ਗਏ। ਅੱਗੋਂ ਜੇ ਪੁੱਛਣ ਵਾਲਾ ਕਹਿੰਦਾ, ਫੇਰ ਵੀ ਕਿੰਨੇ? ਉਹ ਜਵਾਬ ਦਿੰਦਾ, 2 ਘੱਟ 20 ਵੱਜ ਗਏ। ਉਹਦਾ ਜੀ ਕਰਦਾ ਆਥਣੇ ਰੋਟੀ ਖਾ ਕੇ ਸੱਥ 'ਚ ਜਾ ਬਹਿੰਦਾ। ਉਹਦੇ ਜਾਂਦੇ ਨੂੰ ਮੁੰਡੀਰ ਬੈਠੀ ਹੁੰਦੀ। ਉਹ ਚੱਲਦੀਆਂ ਗੱਲਾਂ ਛੱਡ ਕੇ ਉਹਨੂੰ ਖੇਡ ਬਣਾ ਲੈਂਦੇ। ਕੋਈ ਉਹਨੂੰ ਬੀੜੀ ਫੜਾ ਕੇ ਕਹਿੰਦਾ, ਜਾਗਰਾ ਖਿੱਚ ਹੋਏ ਸੂਟਾ, ਥਕੇਵਾਂ ਲੈ ਜੂ, ਰੂਹ ਨੱਚਣ ਲਾ ਦੂ, ਕਬਾੜ ਨਾ ਖੋਲਤਾ ਤਾਂ ਕਹੀਂ। ਉਹ ਬੀੜੀ ਫੜਦਾ, ਲੰਮਾ ਸੂਟਾ ਮਾਰਦਾ। ਜਦੋਂ ਮੂੰਹ ਚੋਂ ਧੂੰਆਂ ਨਿਕਲਣ ਲੱਗਦਾ,
ਉਹ ਵੇਖ ਵੇਖ ਹੱਸੀ ਜਾਂਦਾ। ਕੋਈ ਦੂਜਾ ਕਹਿੰਦਾ, ਜਾਗਰਾ ਬੀੜੀ 'ਚ ਕੀ ਧਰਿਆ ਪਿਆ ਓਏ? ਇਹ ਤਾਂ ਹਿੱਕ ਫੂਕ ਦਿੰਦੀ ਐ। ਆ ਜਰਦਾ ਖਾ ਕੇ ਵੇਖ, ਜੇ ਪਰੀਆਂ ਨਾ ਦਿਸਣ ਲਾਤੀਆਂ ਫੇਰ ਕਹੀ। ਇਹ ਸੁਣ ਕੇ ਉਹਨੇ ਜੀਤੋਂ ਬੀੜੀ ਫੜੀ ਹੁੰਦੀ ਉਹਨੂੰ ਫੜਾ ਦਿੰਦਾ ਅਤੇ ਆਖਣ ਵਾਲੇ ਦੇ ਮੂਹਰੇ ਆਪਣੀ ਤਲੀ ਕਰ ਦਿੰਦਾ। ਅਗਲਾ ਚੂਨਾ ਰਲਾ ਕੇ ਜਰਦਾ ਉਹਦੀ ਤਲੀ ਤੇ ਧਰ ਦਿੰਦਾ। ਉਹ ਜਰਦਾ ਮਲ ਕੇ ਦੂਜੇ ਹੱਥ ਦੀ ਚੁੰਡੀ ਨਾਲ ਆਪਣੇ ਹੇਠਲੇ ਬੁੱਲ੍ਹ ਦੇ ਅੰਦਰਲੇ ਪਾਸੇ ਧਰ ਲੈਂਦਾ ਤੇ ਫਿਰ ਜੀਭ ਨਾਲ ਆਸੇ-ਪਾਸੇ ਖਿੰਡਾਉਂਦਾ। ਆਂਢ ਗੁਆਂਢ 'ਚ ਕੋਈ ਵਿਆਹ ਹੁੰਦਾ, ਉੱਥੇ ਵੀ ਉਹ ਮੁੰਡੀਰ ਦੀ ਖੇਡ ਹੁੰਦਾ। ਮੁੰਡੀਰ ਦਾ ਮੁਹਰੈਲ ਜੂਪਾ ਹੁੰਦਾ। ਉਹ ਇੱਕ ਪੈਗ ਪਿਲਾ ਕੇ ਜਾਗਰ ਨੂੰ ਕਹਿੰਦਾ, ਸੁਣਾ ਓਏ ਜਾਗਰਾ ਗੀਤ। ਉਹ ਗੀਤ ਗਾਉਣ ਲੱਗਦਾ, ਸਹਿਬਾਂ ਬਾਜਾਂ ਮਾਰਦੀ। ਸੁਣ ਕੇ ਜੂਪਾ ਕਹਿੰਦਾ, ਇਹ ਤਾਂ ਜਮਾ ਹੀ ਜਖਣਾ ਵੱਢੀ ਜਾਂਦਾ। ਇੱਕ ਹੱਥ ਕੰਨ ਤੇ ਧਰ ਕੇ ਬਾਂਹ ਚੱਕ ਕੇ ਹੇਕ ਲਾ। ਜਾਗਰ ਕੰਨ ਤੇ ਹੱਥ ਧਰਦਾ ਤੇ ਖੱਬੇ ਹੱਥ ਨੂੰ ਉੱਚਾ ਚੁੱਕ ਕੇ ਗਾਉਂਦਾ, ਸਹਿਬਾਂ ਬਾਜਾਂ ਮਾਰਦੀ। ਇਹ ਕਹਿ ਕੇ ਉਹ ਚੁੱਪ ਕਰ ਜਾਂਦਾ। ਮੁੰਡੇ ਹੱਸਣ ਲੱਗ ਪੈਂਦੇ। ਜੂਪਾ ਫਿਰ ਕਹਿੰਦਾ, ਉਹ ਸਹਿਬਾਂ ਕਿਹਨੂੰ ਬਾਜਾਂ ਮਾਰਦੀ ਐ? ਜਾਗਰ ਕਹਿੰਦਾ, ਇਹ ਤਾਂ ਮੈਨੂੰ ਪਤਾ ਨਹੀਂ। ਚੱਲ ਜੇ ਨਹੀਂ ਪਤਾ ਤਾਂ ਹੋਰ ਗੀਤ ਸੁਣਾ। ਉਹ ਕੰਨ ਤੇ ਹੱਥ ਧਰਦਾ ਅਤੇ ਖੱਬਾ ਹੱਥ ਉੱਚਾ ਚੁੱਕ ਕੇ ਗਾਉਂਦਾ, ਤੇਰੇ ਟਿੱਲੇ ਤੋਂ ਮੈਨੂੰ। ਇੰਨਾ ਗਾ ਕੇ ਚੁੱਪ ਕਰ ਜਾਂਦਾ। ਓਏ ਗਾਹਾਂ ਤਾਂ ਹੋਰ ਸੁਣਾ। ਗਾਹਾਂ ਤਾਂ ਮੈਨੂੰ ਆਉਂਦਾ ਨਹੀਂ। ਉਹ ਕਹਿ, ਸੂਰਤ ਦੀਂਦੀ ਐ ਹੀਰ ਦੀ। ਉਹ ਨਕਲ ਕਰਦਾ, ਸੂਰਤ ਦੀਂਦੀ ਐ ਹੀਰ ਦੀ। ਓਏ ਤੇਰੇ ਟਿੱਲੇ ਤੋਂ ਵੀ ਕਹਿ। ਉਹ ਫਿਰ ਕਹਿ ਦਿੰਦਾ, ਤੇਰੇ ਟਿੱਲੇ ਤੋਂ। ਓਏ ਇਹਨੂੰ ਇੱਕ ਪੈਗ ਹੋਰ ਪਾ ਕੇ ਦਿਓ, ਇਹਨੂੰ ਟਿੱਲੇ ਤੋਂ ਫੇਰ ਸੂਰਤ ਦਿਸੂ ਹੀਰ ਦੀ। ਕੋਈ ਹੋਰ ਕਹਿੰਦਾ, ਓਏ ਇਹਨੂੰ ਬਾਹਲੀ ਨਾ ਪਿਆਇਓ, ਇਹਦਾ ਕੀ ਪਤਾ, ਹੋਰ ਹੀ ਪੱਥਣਾ ਪੱਥ ਦੇ। ਇਹਦਾ ਕੁਛ ਨਹੀਂ ਜਾਣਾ, ਆਪਣੇ ਜੁੰਡੇ ਪੱਟੇ ਜਾਣਗੇ। ਗੇਜੇ ਰੇੜੇ ਵਾਲੇ ਦੀ ਗੱਲ ਸੁਣ ਕੇ ਜੂਪਾ ਮੂੰਹਾਂ ਬਦਲਦਾ। ਜਾਗਰਾ ਚੱਲ ਗੀਤਾਂ ਨੂੰ ਰਹਿਣ ਦੇ, ਕੱਲੀ ਟੈਂਗ ਸੁਣਾ। ਜਾਗਰ ਨੇ ਇੱਕ ਹੱਥ ਕੰਨ ਤੇ ਰੱਖਦਾ ਤੇ ਦੂਜਾ ਹੱਥ ਉਤਾਂਹ ਚੁੱਕ ਕੇ ਟੈਂਗ ਕਰਨ ਲੱਗਦਾ ਤਾਂ ਜੂਪਾ ਉਹਦੇ ਮੋਹਰਾਂ ਤੇ ਹੱਥ ਮਾਰ ਕੇ ਗਾਉਂਦੇ ਕਵਿਸ਼ਰਾਂ ਨੂੰ ਹੱਲਾਸ਼ੇਰੀ ਦੇਣ ਵਾਂਗ ਕਹਿੰਦਾ, ਵਾਹ ਓਏ ਨਹੀਂ ਰੀਸਾਂ ਜਾਗਰ ਆਲਮਪੁਰੇ ਵਾਲੇ ਦੀਆਂ, ਬਈ ਵਾਹ ਓਏ। ਜੂਪੇ ਦੀ ਗੱਲ ਸੁਣ ਕੇ ਹਾਸੜ ਪੈ ਜਾਂਦਾ। ਨੇੜੇ ਤੇੜੇ ਸੁਣਦਾ ਵਿਆਹ 'ਚ ਆਇਆ ਸਾਰਾ ਮੇਲ ਹੱਸਣ ਲੱਗਦਾ ਤਾਂ ਜੂਪਾ ਕਹਿੰਦਾ, ਹੱਸੋ ਨਾ ਬਈ, ਹੱਸੋ ਨਾ, ਅਜੇ ਤਾਂ ਇਹਨੇ ਆਪਦੇ ਵਿਆਹ ਦੀ ਗੱਲ ਦੱਸਣੀ ਹੈ। ਇਹ ਸੁਣ ਕੇ ਵੀ ਹਾਸੜ ਪੈਂਦਾ। ਜੂਪਾ ਕਹਿੰਦਾ, ਜਾਗਰਾ ਤੇਰਾ ਵਿਆਹ ਕਦੋਂ ਹੈ? 31 ਸਾਉਣ ਨੂੰ। ਤੈਨੂੰ ਸਾਕ ਕਿਹਨੇ ਕਰਾਇਆ? ਮੇਰੇ ਜੀਜੇ ਨੇ ਕਰਾਇਆ। ਕਿੱਥੋਂ ਕਰਾਇਆ? ਆਪਦੇ ਸਹੁਰਿਆਂ ਤੋਂ ਕਰਾਇਆ। ਕਿਹਦਾ ਕਰਾਇਆ? ਆਪਦੀ ਛੋਟੀ ਸਾਲੀ ਦਾ। ਉਹਦਾ ਆਖਰੀ ਫਿਕਰਾ ਸੁਣ ਕੇ ਸਾਰੇ ਹੱਸਣ ਲੱਗ ਪੈਂਦੇ, ਨਾਲ ਉਹ ਹੱਸੀ ਜਾਂਦਾ। ਜੇ ਕੋਈ ਕਹਿੰਦਾ, ਇਹਨੂੰ ਇਹ ਗੱਲਾਂ ਸਿਖਾਉਂਦਾ ਕੌਣ ਹੈ? ਸਿਖਾਉਣੀਆਂ ਕਿਹਨੇ ਸੀ? ਇਹੀ ਸਿਖਾਉਂਦੇ ਐ ਜਿਹੜੇ ਪੁੱਛਦੇ ਐ। ਇਹ ਤਾਂ ਟੇਪ ਹੈ, ਜੋ ਕੁਛ ਮਰਜ਼ੀ ਭਰੀ ਚੱਲੋ, ਬਟਨ ਦੱਬੋ ਉਹੀ ਕੁਛ ਬਾਹਰ ਆਈ ਜਾਂਦਾ। ਕੋਈ ਕਹਿੰਦਾ, ਮੁੰਡੇ ਉਹਨੂੰ ਜਾਗਰ ਰੌਣਕੀ ਕਹਿੰਦੇ, ਤੀਵੀਆਂ ਭਗਤ ਕਹਿੰਦੀਆਂ। ਆਂਢ ਗੁਆਂਢ ਦੀਆਂ ਵਿਆਹੀਆਂ ਕੁੜੀਆਂ
ਸਹੁਰਿਆਂ ਤੋਂ ਜਵਾਕ ਜੰਮਣ ਆਉਂਦੀਆਂ ਤਾਂ ਉਹਨਾਂ ਦੀਆਂ ਮਾਵਾਂ ਆਉਂਦੇ ਜਾਂਦੇ ਜਾਗਰ ਨੂੰ ਖੜਾ ਕੇ ਪੁੱਛਦੀਆਂ, ਵੇ ਭਗਤਾ, ਦੱਸ ਵੇ ਸਾਡੇ ਕੋਠੇ ਤੇ ਕੀ ਬੋਲੂ? ਮੋਰ ਬੋਲੂਗਾ। ਵੇ ਜੇ ਚਿੜੀ ਬੋਲ ਪਈ, ਮੋਰ ਬੋਲੂਗਾ। ਉਹ ਫਿਰ ਕਹਿੰਦਾ, ਤੇ ਜੇ ਸੱਚੀ ਕਿਸੇ ਦੇ ਘਰੇ ਚਿੜੀ ਦੀ ਥਾਂ ਮੋਰ ਬੋਲ ਪੈਂਦਾ ਤਾਂ ਜਾਗਰ ਦੀ ਸੇਵਾ ਹੁੰਦੀ, ਉਹਨੂੰ ਕੱਪੜੇ ਵੀ ਸੰਵਾ ਕੇ ਦਿੰਦੇ, ਰੋਟੀ ਖਵਾ ਕੇ ਨਗਦ ਹੱਥ ਵਿੱਚ ਝਾੜਦੇ। ਜਾਗਰ ਨੋਟ ਫੜ ਕੇ ਗੀਜੇ 'ਚ ਪਾ ਲੈਂਦਾ। ਉਹਨੂੰ ਕੋਈ ਰਾਹ 'ਚ ਮਿਲਦਾ, ਉਹ ਗੀਜੇ 'ਚੋਂ ਨੋਟ ਕੱਢ ਕੇ ਕਹਿੰਦਾ, ਆ ਲੈ ਲੈ, ਢਾਲਾ ਦੇ ਦੇ। ਪਰ ਗਰਦਿਆਲੋ ਉਹਦਾ ਵਸਾਹ ਨਹੀਂ ਸੀ ਕਰਦੀ। ਉਹਨੂੰ ਪਤਾ ਹੁੰਦਾ ਉਹਨੂੰ ਰੋਟੀ ਖਵਾਉਣ ਕੌਣ ਲੈ ਕੇ ਗਿਆ ਹੈ। ਉਹ ਲੈਣ ਆਈ ਨੂੰ ਆਪ ਛੱਡ ਕੇ ਜਾਣ ਲਈ ਕਹਿੰਦੀ। ਉਹ ਰੋਟੀ ਖਾ ਕੇ ਮੁੜਦਾ, ਉਹ ਤੋਂ ਦਿੱਤੇ ਹੋਏ ਪੈਸੇ ਫੜ ਲੈਂਦੀ ਅਤੇ 1-2 ਰੁਪਏ ਦੇ ਸਿੱਕੇ ਦੇ ਦਿੰਦੀ। ਆਥਣੇ ਜਾਗਰ ਮੁੰਡੀ ਹਿਰ 'ਚ ਬਹਿੰਦਾ। ਮੌਕਾ ਤਾੜ ਕੇ ਮੁੰਡੇ ਉਹਦੀ ਜੇਬ ਸਾਫ਼ ਕਰ ਦਿੰਦੇ। ਇੱਕ ਅੱਧ ਬੀੜੀ ਪਿਲਾ ਕੇ ਬਾਕੀ ਆਪ ਫੂਕੀ ਜਾਂਦੇ, ਇਵੇਂ ਜਿਵੇਂ ਜਰਦੇ ਦਾ ਕਰਦੇ। ਦੁਪਹਿਰੇ ਰੋਟੀ ਟੁੱਕ ਦਾ ਕੰਮ ਮੁਕਾ ਕੇ ਵਿਹੜੇ ਦੀਆਂ ਔਰਤਾਂ ਖੇਤਾਂ 'ਚ ਕੱਖ ਲੈਣ ਜਾਂਦੀਆਂ। ਪਰ ਗਰਦਿਆਲੋ ਕਾ ਟੱਬਰ ਓਪਰੇ ਖੇਤੀ ਨਹੀਂ ਸੀ ਜਾਂਦਾ। ਉਹ ਹਿੱਸੇ ਠਿੱਕੇ ਤੇ ਵਾਹੁੰਦੇ। ਦੁਪਹਿਰੇ ਗਰਦਿਆਲੋ ਵਰਾਂਡੇ 'ਚ ਬੈਠੀ ਤਾਣੀ ਬੁਣਦੀ। ਜਾਗਰ ਅੰਦਰਲੇ ਕਮਰੇ 'ਚ ਬੈਠਾ ਟੀਵੀ ਵੇਖਦਾ ਰਹਿੰਦਾ। ਜੇ ਸਕਰੀਨ ਤੇ ਹਾਸੇ ਠੱਠੇ ਦਾ ਮਾਹੌਲ ਹੁੰਦਾ, ਉਹ ਨਾਲ ਹੱਸੀ ਜਾਂਦਾ। ਜੇ ਹੀਰੋ ਦੀ ਭੈਣ ਦੀ ਡੋਲੀ ਤੁਰ ਰਹੀ ਹੁੰਦੀ, ਉਹ ਵੀ ਪਰਿਵਾਰਕ ਮੈਂਬਰਾਂ ਦੇ ਨਾਲ ਰੋਣ ਲੱਗਦਾ। ਰੋਂਦੇ ਦੀਆਂ ਉਹਦੀਆਂ ਸਿਸਕੀਆਂ ਵਰਾਂਡੇ 'ਚ ਤਾਣੀ ਬੁਣਦੀ ਗਰਦਿਆਲੋ ਨੂੰ ਸੁਣਦੀਆਂ। ਉਹ ਉੱਠ ਕੇ ਜਾਂਦੀ ਤੇ ਕਹਿੰਦੀ, ਵੇ ਤੂੰ ਕਿਉਂ ਰੋਈ ਜਾਂਦਾ? ਇਹ ਤਾਂ ਫੋਟੋ 'ਚ ਰੋਂਦੇ ਐ। ਵਾਹ ਵੇ ਤੇਰੇ ਅਖੇ ਸੂਏ ਭੇੜ ਤਿੰਗੇ ਮੀਡਾ। ਜੇ ਉਹ ਫਿਰ ਵੀ ਰੋਣੋਂ ਨਾ ਹਟਦਾ ਤਾਂ ਉਹ ਟੀਵੀ ਬੰਦ ਕਰਕੇ ਕਹਿੰਦੀ, ਚੱਲ ਬਾਹਰ ਵਰਾਂਡੇ 'ਚ। ਤੇ ਉਹ ਵਰਾਂਡੇ 'ਚ ਡਹੇ ਮੰਜੇ ਤੇ ਬਹਿ ਜਾਂਦਾ। ਇੱਕ ਦਿਨ ਦੁਪਹਿਰੇ ਜਸਵਿੰਦਰ ਆਈ ਅਤੇ ਗਰਦਿਆਲੋ ਨੂੰ ਕਹਿੰਦੀ, ਨੀ ਭੈਣੇ, ਆਪਣਾ ਭਗਤ ਕਿੱਥੇ ਐ? ਜਾਗਰ ਅੰਦਰੋਂ ਟੀਵੀ ਵੇਖਦਾ ਸੀ। ਉਹਦੀ ਆਵਾਜ਼ ਸੁਣ ਕੇ ਇੱਕਦਮ ਬਾਹਰ ਆ ਕੇ ਕਹਿੰਦਾ, ਆ ਸੀ ਦੇ ਬੱਚਿਆ, ਚੱਲ 4 ਬਾਲਟੀਆਂ ਪਾਣੀ ਦੀਆਂ ਭਰ, ਜਾ ਕੇ ਕੱਪੜੇ ਧੋਣੇ ਐ। ਮੈਂ ਟੁੱਟੜਾ ਫੌਜੀ ਪਤਾ ਨਹੀਂ ਕਿਹੋ ਜਿਹਾ ਨਲਕਾ ਲਾ ਕੇ ਗਿਆ। 4 ਬਾਲਟੀਆਂ ਭਰੋ, ਬਾਹਾਂ ਟੁੱਟਣ ਵਾਲੀਆਂ ਹੋ ਜਾਂਦੀਆਂ। ਨਾ ਬਾਹਾਂ ਇਹਦੀਆਂ ਨਹੀਂ ਟੁੱਟਣਗੀਆਂ, ਇਹ ਹੱਡ ਮਾਸ ਦਾ ਨਹੀਂ ਬਣਿਆ। ਨੀ ਭੈਣੇ, ਇਹਨੂੰ ਕੀ ਫਰਕ ਪੈਂਦਾ ਝੋਟੇ ਨੂੰ? ਅੱਧੇ ਵਿਹੜੇ ਦਾ ਤਾਂ ਖਾਈ ਜਾਂਦਾ ਇਹ। ਫਿਕਰ ਨਹੀਂ, ਫਾਕਾ ਨਹੀਂ, ਖਾ ਲਿਆ, ਡਕਾਰ ਮਾਰ ਲਿਆ, ਹੋਰ ਕੰਮ ਹੈ ਕੋਈ ਇਹਨੂੰ? ਜਸਵਿੰਦਰ ਪਹਿਲਾਂ ਸੱਸ ਸਹੁਰੇ ਨਾਲ ਰਹਿੰਦੀ ਸੀ। ਬਿੱਕਰ ਛੁੱਟੀ ਕੱਟ ਕੇ ਜਾਂਦਾ। 2-4 ਦਿਨ ਮਸਾਂ ਲੰਘਦੇ। ਉਹ ਹੇਮੀ ਬਾਣੀਏ ਦੀ ਹੱਟ ਤੋਂ ਟੈਲੀਫੋਨ ਕਰਕੇ ਆਪਦੇ ਕਿਸੇ ਭਾਈ ਨੂੰ ਬੁਲਾ ਲੈਂਦੀ। ਸੱਸ ਸਹੁਰਾ ਉਹਨੂੰ ਹੱਡ ਛਡਾਊ ਸਮਝਦੇ ਸੀ। ਅੰਦਰੋਂ ਅੰਦਰੀ ਉਹਦੇ ਤੇ ਖਿੱਚਦੇ। ਅਗਲੀ ਵਾਰ ਬਿੱਕਰ ਛੁੱਟੀ ਆਇਆ ਤਾਂ ਉਹਦਾ ਪਿਓ ਸਿੱਧੇ ਮੂੰਹ ਨਹੀਂ ਬੋਲਿਆ। ਅੰਦਰੋਂ ਅੰਦਰੀ ਉਹਦੀ ਮਾਂ ਵੀ ਔਖੀ ਸੀ। 2-3 ਦਿਨ ਕਚੀਰਾ ਪੈਂਦਾ ਰਿਹਾ। ਫਿਰ ਆਂਢ ਗੁਆਂਢ ਦੇ ਬੰਦੇ ਇਕੱਠੇ ਹੋਏ ਅਤੇ ਪਸ਼ੂਆਂ ਵਾਲਾ ਘਰ ਵੰਡ ਕੇ ਦੇ ਦਿੱਤਾ। ਬਿੱਕਰ ਨੇ ਬੰਦੇ ਲਾ ਕੇ ਸਾਰਾ ਘਰ ਢਾਹਿਆ, ਮਗਰ 2 ਕਮਰੇ ਪਾ ਲਏ। ਉਹਨਾਂ ਅੱਗੇ ਵਰਾਂਡਾ ਅਤੇ ਵਰਾਂਡੇ ਵਿੱਚ ਹੀ ਰਸੋਈ। ਰਸੋਈ ਦੇ ਬਾਹਰਲੇ ਪਾਸੇ ਗੁਸਲਖਾਨਾ ਸੀ। ਉਹਦੇ ਮੂਹਰੇ ਨਲਕਾ ਲਾ ਕੇ ਕਾਫੀ ਸਾਰਾ ਥਾਂ ਕੱਪੜੇ ਧੋਣ ਲਈ ਪੱਕਾ ਕਰਵਾ ਦਿੱਤਾ। ਦੂਜੇ ਪਾਸੇ ਲੋਹੇ ਦਾ ਗੇਟ ਅਤੇ ਗੇਟ 'ਚ ਇੱਕ ਨਿੱਕਾ ਜਿਹਾ ਲੋਹੇ ਦਾ ਪੱਲਾ ਖੁੱਲ੍ਹਦਾ। ਜਸਵਿੰਦਰ ਨੂੰ ਗਲੀ ਗੁਆਂਢ
ਬਿੱਲੀਆਂ ਅੱਖਾਂ ਵਾਲੀ ਕਹਿੰਦਾ। ਉਹਦੀ ਉਮਰ ਦੇ ਮੁੰਡੇ ਬਿੱਲੀ ਵੀ ਕਹਿੰਦੇ। ਆਉਂਦੇ ਜਾਂਦੇ ਉਹਦੇ ਬੰਦ ਗੇਟਾਂ ਵੱਲ ਵੇਖਦੇ ਤੇ ਨਿਗਾਹ ਟਕਰਾ ਟਕਰਾ ਕੇ ਗਲੀ 'ਚ ਦਮ ਤੋੜਦੀ ਰਹਿੰਦੀ। ਜਸਵਿੰਦਰ ਨੇ ਦੁੱਧ ਨਿਰੰਜਨ ਕੇ ਲਾਇਆ ਹੋਇਆ ਸੀ। ਘਰ ਦਾ ਸੌਦਾ ਦੇਵਰਾਜ ਦੀ ਹੱਟ ਤੋਂ ਆਉਂਦਾ। ਇਹ ਦੋਵੇਂ ਕੰਮ ਜਾਗਰ ਕਰ ਦਿੰਦਾ। ਬਿਜਲੀ ਦਾ ਬਿੱਲ ਉਹ ਗੁਰਦਿਆਲੋ ਕੇ ਘਰੇ ਫੜਾ ਜਾਂਦੀ। ਇੱਕ ਦਿਨ ਉਹਨੇ ਜਾਗਰ ਨੂੰ ਪਰਚੀ ਫੜਾਈ ਤੇ ਜਾਂਦੇ ਨੂੰ ਕਿਹਾ, ਆ ਲੈ ਵੇ ਪਰਚੀ, ਜੇਬ 'ਚ ਪਾ ਲੈ। ਆ ਝੋਲੇ 'ਚ ਸੌਦਾ ਲਿਆਈ। ਰਾਹ 'ਚ ਕੋਈ ਖੜਾਵੇ ਖੜੀ ਨਾ। ਨਹੀਂ ਖੜਦਾ, ਕਹਿ ਕੇ ਜਾਗਰ ਦੇਸਰਾਜ ਦੀ ਦੁਕਾਨ ਉੱਤੇ ਗਿਆ ਅਤੇ ਆ ਕੇ ਝੋਲਾ ਫੜਾ ਕੇ ਕਹਿੰਦਾ, ਆ ਲੈ ਭੈਣੇ। ਵੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੈਨੂੰ ਭੈਣ ਨਾ ਕਿਹਾ ਕਰ। ਹੋਰ ਕੀ ਕਿਹਾ ਕਰਾਂ? ਉਹਨੇ ਕੱਲਾ ਕੱਲਾ ਸ਼ਬਦ ਬੋਲਦਿਆਂ ਕਿਹਾ। ਤੂੰ ਭੁੱਲ ਵੀ ਗਿਆ? ਹਾਂ ਭੁੱਲ ਗਿਆ। ਤੂੰ ਮੈਨੂੰ ਜੱਸੀ ਕਿਹਾ ਕਰ। ਅੱਛਾ ਕਿਹਾ ਕਰੂੰਗਾ। ਵੇ ਹੁਣੀ ਕਹਿ ਜੱਸੀ। ਵੇ ਚੰਗੂ ਕਹਿ ਤਾਂ ਜਿਵੇਂ ਪਹਿਲੀ ਪੱਕੀ ਵਾਲਾ ਜਵਾਕ ਅੱਖਰ ਜੋੜਦਾ ਹੁੰਦਾ। ਉਹਨੇ ਫਿਰ ਕਿਹਾ ਤਾਂ ਉਹ ਕਹਿੰਦੀ, ਵੇ ਫੋਟ ਤੇਰੇ ਕੁੱਤੇ ਦੀ ਪੂਛ ਵਿੰਗੀ ਦੀ ਬਿੰਗੀ। ਜਸਵਿੰਦਰ ਨੇ ਝੋਲੇ ਚੋਂ ਸਮਾਨ ਕੱਢਿਆ ਅਤੇ ਫਿਰ ਦੰਦਾਂ ਵਾਲਾ ਬੁਰਸ਼ ਕੱਢ ਕੇ ਉਹਨੂੰ ਕਹਿੰਦੀ, ਆ ਪਤਾ ਤੈਨੂੰ ਕੀ ਹੈ? ਮੈਨੂੰ ਨਹੀਂ ਪਤਾ। ਬੇ ਬੁਰਸ਼ ਐ, ਇਹਨੂੰ ਮੇਰੀਆਂ ਭੈਣਾਂ ਦੰਦਾਂ ਤੇ ਫੇਰਦੀਆਂ ਹੁੰਦੀਆਂ। ਵੇ ਉਹ ਤੇਰੀਆਂ ਭੈਣਾਂ ਨਹੀਂ ਭਾਣਜੀਆਂ ਨੇ। ਅੱਛਾ ਭਾਣਜੀਆਂ ਨੇ। ਲੈ ਆ ਫੜ। ਜਸਵਿੰਦਰ ਨੇ ਉਹਨੂੰ ਬੁਰਸ਼ ਫੜਾਇਆ ਅਤੇ ਗੁਸਲਖਾਨੇ 'ਚ ਲੈ ਗਈ। ਟੂਟੀ ਦੇ ਪਾਣੀ ਨਾਲ ਬੁਰਸ਼ ਭਿਉਂਦਾ ਅਤੇ ਪੇਸਟ ਲਾ ਕੇ ਉਹਨੂੰ ਕਹਿੰਦੀ, ਲੈ ਵੇ ਇਹਨੂੰ ਦੰਦਾਂ ਤੇ ਫੇਰ ਚੰਗੀ ਤਰ੍ਹਾਂ। ਸਰੋਂ ਦੇ ਫੁੱਲਾਂ ਵਰਗੇ ਕਰੀ ਫਿਰਦਾ ਔਤਰਾ। ਜਾਗਰ ਨੇ ਬੁਰਸ਼ ਫੜਿਆ ਤੇ ਦੰਦਾਂ ਦੇ ਸਾਹਮਣੇ ਵਾਲੇ ਪਾਸੇ ਘਸਾਉਣ ਲੱਗ ਪਿਆ। ਜਦੋਂ ਕਾਫੀ ਚਿਰ ਉਸੇ ਤਰ੍ਹਾਂ ਕਰਦਾ ਰਿਹਾ, ਉਹ ਕਹਿੰਦੀ, ਜਾੜਾਂ ਦੇ ਅੰਦਰ ਵੀ ਫੇਰ ਤੇ ਬਾਹਰ ਵੀ, ਸੜਿਆ ਜਾਣਾ ਹੋਵੇ ਤਾਂ। ਉਹ ਬਰਸ਼ ਕਰਕੇ ਹਟਿਆ। ਜਦੋਂ ਜਸਵਿੰਦਰ ਨੇ ਉਹ ਤੋਂ ਕੁਰਲੀ ਕਰਵਾਈ ਤਾਂ ਉਹ ਨੱਕ ਸੰਘੇੜ ਕੇ ਕਹਿੰਦਾ, ਭੈਣੇ ਮੂੰਹ ਠੰਡਾ ਠੰਡਾ ਹੋ ਗਿਆ। ਜਸਵਿੰਦਰ ਨੇ ਹੱਸ ਕੇ ਉਹਦੇ ਮੋਢੇ ਤੇ ਤੱਫਾ ਮਾਰਿਆ। ਫੇਰ ਭੈਣੇ ਸਿੱਧਰਾ ਨਾ ਹੋਵੇ। ਅਚਾਨਕ ਬਿੱਕਰ ਦੀ ਮਾਂ ਮਰ ਗਈ। ਉਹਨੂੰ ਤਾਰ ਮਿਲੀ। ਉਹ ਓਨੀ ਪੈਰੀ ਛੁੱਟੀ ਲੈ ਕੇ ਆ ਗਿਆ। ਭੋਗ ਤੋਂ ਪਿੱਛੋਂ ਵੀ ਉਹ ਕਈ ਦਿਨ ਰਿਹਾ। ਜਸਵਿੰਦਰ ਬਹੁਤ ਘੱਟ ਬਾਹਰ ਨਿਕਲਦੀ। ਗੇਟ ਦਾ ਵੱਡਾ ਤੇ ਛੋਟਾ ਪੱਲਾ ਉਹ ਅੰਦਰੋਂ ਬੰਦ ਰੱਖਦੀ। ਗੇਟ ਬੰਦ ਦੇਖ ਕੇ ਇੱਕ ਦਿਨ ਬਿੱਕਰ ਕਹਿੰਦਾ, ਤੂੰ ਬਾਹਰ ਕਾਹਤੋਂ ਬੰਦ ਰੱਖਦੀ ਐ ਸਾਰਾ ਦਿਨ? ਵਸਦਾ ਰਸਦਾ ਘਰ ਹੈ, ਬਾਹਰ ਖੁੱਲਾ ਚਾਹੀਦਾ। ਬਾਹਰ ਤਾਂ ਖੁੱਲਾ ਚਾਹੀਦਾ, ਪਰ ਤੈਨੂੰ ਪਤਾ ਹੈ ਆਂਢ ਗੁਆਂਢ ਦੇ ਜਵਾਕ ਕਿਹੇ ਜੇ ਨੇ। ਲਾਂਗੂਆ ਧਮਕਦੇ ਐ। ਜਵਾਕਾਂ ਨਾਲ ਖੇਡਦੇ ਖੇਡਦੇ ਸਿਰ ਭਾਰਾ ਹੋ ਜਾਂਦਾ। ਮਿੱਟੀ ਨਾਲ ਸਿਰ ਭਰ ਦਿੰਦੇ ਐ। ਨਵਾਉਣੀ ਆ ਤਾਂ ਇਹ ਬੂ ਕਰਲਾਟ ਕਰਦੇ ਐ। ਏਦੋਂ ਤਾਂ ਬਾਹਰ ਬੰਦ ਹੀ ਚੰਗਾ। ਜਾਗਰ ਦੀ ਆਦਤ ਸੀ ਜਸਵਿੰਦਰ ਦਾ ਗੇਟ ਨਹੀਂ ਸੀ ਖੜਕਾਉਂਦਾ, ਨਾ ਹੀ ਉਹ ਹਰ ਵੇਲੇ ਗੇਟ ਖੁੱਲ੍ਹਾ ਰੱਖਦੀ। ਜਦੋਂ ਛੋਟਾ ਗੇਟ ਖੁੱਲ੍ਹਾ ਦਿਸਦਾ, ਜਾਗਰ ਨੀਵੀਂ ਪਾ ਕੇ ਅੰਦਰ ਲੰਘ ਜਾਂਦਾ। ਦੁਪਹਿਰੇ ਜੇ ਮੁੰਡਾ ਕੁੜੀ ਖੇਡ ਰਹੇ ਹੁੰਦੇ ਤਾਂ ਜਾਗਰ ਸੰਮੀ ਦੀਆਂ ਗੱਲਾਂ 'ਚ ਪੈਂਦੇ ਟੋਇਆਂ ਤੇ ਅੰਗੂਠਾ ਧਰ ਕੇ ਕਹਿੰਦਾ, ਪੀ 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 ਪੀ। ਉਹ ਮੂੰਹੋਂ ਖਿੱਲਾਂ ਡੋਲਦੀ ਰਹਿੰਦੀ। ਉਹ ਖਾਸਾ ਚਿਰ ਐਵੇਂ ਕਰੀ ਜਾਂਦਾ। ਉਹਦੇ ਕੋਲ ਛੋਟਾ ਮੁੰਡਾ ਆਉਂਦਾ। ਉਹ ਉਹਦੀ ਬਾਂਹ ਦੀ ਕੱਛ 'ਚ ਮੂਹਰਲੀ ਉਂਗਲੀ ਦੇ ਕੇ ਕਹਿੰਦਾ, ਕੁਰ ਕੁਰ। ਇਉਂ ਜਵਾਕ ਖਾਸਾ ਚਿਰ ਉਹਦੇ ਨਾਲ ਪਰਚੇ ਰਹਿੰਦੇ। ਵਰਾਂਡੇ 'ਚ ਚੜ੍ਹਦੀ ਧੁੱਪ ਆਉਂਦੀ।
ਉਹ ਜਵਾਕ ਲੈ ਕੇ ਅੰਦਰਲੇ ਕਮਰੇ 'ਚ ਪੈ ਜਾਂਦੀ। ਮਗਰਲੇ ਪਾਸੇ ਅਜਮੇਰ ਦਰਜੀ ਦਾ ਘਰ ਸੀ। ਸ਼ਤਾਰ ਨਾਲ ਲੱਗਦਾ ਹੋਣ ਕਰਕੇ ਕਮਰੇ ਠੰਡੇ ਰਹਿੰਦੇ। ਗੇਟ ਖੁੱਲ੍ਹਾ ਹੁੰਦਾ ਤਾਂ ਜਾਗਰ ਆ ਕੇ ਉਹਦੇ ਮੰਜੇ 'ਤੇ ਆ ਬਹਿੰਦਾ। ਉਹਦਾ ਕੋਈ ਪਾਸਾ ਨਾਲ ਲੱਗਣ 'ਤੇ ਹੀ ਜਸਵਿੰਦਰ ਉੱਠਦੀ। ਕਦੋਂ ਆਇਆ ਸੀ ਵੇ ਤੂੰ? ਹੁਣੇ ਆਇਆ ਸੀ ਭੈਣੇ। ਤੂੰ ਜਗਾ ਲੈਂਦਾ ਮੈਨੂੰ। ਮੈਂ ਨਹੀਂ ਜਗਾਇਆ। ਕਾਹਤੋਂ ਨਹੀਂ ਜਗਾਇਆ? ਜਗਾਇਆ ਨਹੀਂ। ਜਾਗਰ ਆ ਕੇ ਜਾਂਦਾ। ਉਹ ਕਈ ਦਿਨ ਛੋਟਾ ਪੱਲਾ ਨਾ ਖੋਲਦੀ। ਉਹਦੇ ਸਾਹਾਂ 'ਚ ਘੁਲੀ ਦੁਰਗੰਧ ਉਹਦਾ ਜੀ ਕੱਚਾ ਕਰਦੀ ਰਹਿੰਦੀ। ਹੌਲੀ ਇਹ ਦੁਰਗੰਧ ਦਾ ਅਹਿਸਾਸ ਹੋਣੋਂ ਹਟਦਾ। ਉਹ ਅਣਮੰਨੇ ਮਨ ਨਾਲ ਛੋਟਾ ਪੱਲਾ ਖੋਲ ਆਉਂਦੀ। ਉਹਦੀ ਹਿੱਕ 'ਤੇ ਪੱਥਰ ਟਿਕਦਾ ਰਹਿੰਦਾ ਤੇ ਪਾਸੇ ਵੀ ਹੁੰਦਾ ਰਹਿੰਦਾ। ਪੱਥਰ ਦੀ ਇਹ ਚੱਕਧਰ ਆਲੇ ਦੁਆਲੇ ਸੁਣਦੀ ਸੀ ਜਾਂ ਨਹੀਂ, ਉਹਨੂੰ ਨਹੀਂ ਸੀ ਪਤਾ। ਪਰ ਜਦੋਂ ਹਿੱਕ ਦਾ ਪੱਥਰ ਪਾਸੇ ਹੁੰਦਾ, ਜਾਗਰ ਦੇ ਜਾਣ ਪਿੱਛੋਂ ਉਹਨੂੰ ਘਿਰਣਾ ਹੋਣ ਲੱਗਦੀ। ਆਪਣੇ ਆਪ ਨਾਲ ਘਿਰਣਾ। ਉਹਦੇ ਅਚਾਨਕ ਬੁੱਲ ਫਰਕਦੇ। ਡੁੱਬੜੀਏ, ਇਹ ਦਿਨ ਵੀ ਦੇਖਣੇ ਸੀ ਤੂੰ। ਬਿੱਕਰ ਛੁੱਟੀ ਆਉਂਦਾ, ਕੱਟ ਕੇ ਚਲਿਆ ਜਾਂਦਾ। ਉਹ ਨਾਲ ਜਾਣ ਲਈ ਕਹਿੰਦੀ। ਉਹ ਕਹਿੰਦਾ, ਅਜੇ ਨਾਲ ਲਿਜਾਣ ਦੇ ਸਾਲ ਨਹੀਂ ਪੂਰੇ ਹੋਏ। ਇਹ ਸਾਲ ਕਦੋਂ ਪੂਰੇ ਹੋਣਗੇ? ਜਸਵਿੰਦਰ ਸੋਚਦੀ ਰਹਿੰਦੀ। ਇਹ ਸੋਚਦਿਆਂ ਉਹਦੇ ਸਾਹਾਂ 'ਚ ਦੁਰਗੰਧ ਘੁਲਦੀ ਰਹਿੰਦੀ। ਹੌਲੀ ਘਟਦੀ ਰਹਿੰਦੀ ਤੇ ਫਿਰ ਘੁਲਦੀ ਰਹਿੰਦੀ। ਇਹ ਸਿਆਪਾ ਕਦੋਂ ਮੁੱਕੂ? ਇਹ ਸਵਾਲ ਉਹਦਾ ਅੱਗਾ ਰੋਕੀ ਰੱਖਦਾ। ਇੱਕ ਦਿਨ ਜਾਗਰ ਕੱਖਾਂ ਨੂੰ ਜਾਂਦਾ ਸੀ। ਸੱਥ 'ਚ ਬੈਠੇ ਹਰੀਏ ਫੌਜੀ ਦੇ ਜੂਪੇ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਸੱਦਿਆ। ਨੇੜੇ ਆਈ ਨੂੰ ਕਹਿਣ ਲੱਗਿਆ, ਅੱਜ ਤਾਂ ਜਾਨੀ ਬਣਿਆ ਹੋਣਾ ਓਏ ਜਾਗਰਾ। ਇਹ ਨਵਾਂ ਮੋਰ ਕਿਹਦੇ ਕੋਠੇ ਤੇ ਬੁਲਾਤਾ? ਜਾਗਰ ਕੁਝ ਨਹੀਂ ਬੋਲਿਆ। ਉਹਦੇ ਹਰਾ ਪਾਪਲੀਨ ਦਾ ਕੁੜਤਾ ਤੇ ਨਾਲ ਦੀ ਕੱਚ ਪਾਈ ਹੋਈ ਸੀ। ਉਹਨੂੰ ਵੇਖ ਕੇ ਜੂਪਾ ਹੱਸਿਆ ਤੇ ਹੋਰ ਮੁੰਡੇ ਵੀ ਹੱਸਣ ਲੱਗੇ। ਇੱਕ ਫਿਰ ਕਹਿੰਦਾ, ਇਹ ਲੀੜੇ ਤੇਰੇ ਜੀਜੇ ਨੇ ਸਵਾ ਕੇ ਦਿੱਤੇ ਆ ਓਏ। ਜਾਗਰ ਨੇ ਸਿਰ ਮਾਰ ਕੇ ਕਿਹਾ, ਨਹੀਂ। ਫਿਰ ਚਰਨੇ ਰੇੜੇ ਵਾਲੇ ਦੇ ਭੋਲੇ ਨੇ ਕਿਹਾ, ਓਏ ਕਿਤੇ ਫੌਜਣ ਨੇ ਤਾਂ ਨਹੀਂ ਕਰਤੀ ਮਿਹਰ? ਜਾਗਰ ਨੇ ਸਿਰ ਮਾਰ ਕੇ ਕਿਹਾ, ਹਾਂ। ਉਹਨੇ ਕਿਉਂ ਸਵਾ ਕੇ ਦਿੱਤੇ ਬਈ ਲੀੜੇ? ਹਰੀਏ ਕਾ ਬਖਤੌਰ ਕਹਿੰਦਾ, ਲਓ ਹੁਣ ਦੱਸੋ ਬਈ ਇਹਨੂੰ ਫੰਨੇ ਖਾਂ ਨੂੰ ਬਈ ਕਿਉਂ ਸਵਾ ਕੇ ਦਿੱਤੇ ਐ? ਤੇ ਫਿਰ ਜੂਪਾ ਬੋਲਿਆ, ਵਾਹ ਬਈ ਬਾਬਾ ਵਾਹ, ਤੇਰੇ ਬਿਨਾਂ ਕੀ ਥੁੜਿਆ ਪਿਆ ਸੀ ਧਰਤੀ ਤੇ। ਜੁਮਾ ਅੰਨ ਦਾ ਬੈਰੀ ਹੈ। ਇੱਕ ਅੱਧ ਬੁਰਕੀ ਦਾ ਮੁੱਲ ਤਾਂ ਮੋੜ ਦਿਆ ਕਰ ਕਦੇ। ਬੁਰਕੀਆਂ ਦਾ ਮੁੱਲ ਮੋੜਨ ਨੂੰ ਤੇਰੇ ਵਰਗੇ ਥੋੜੇ ਹੈਗੇ ਨੇ। ਬਖਤੌਰ ਨੇ ਕੱਚੇ ਜਿਹੇ ਹੁੰਦੇ ਨੇ ਕਿਹਾ। ਜੂਪਾ ਫਿਰ ਬੋਲਿਆ, ਹੁਣ ਤੇਰੇ ਸਾਹਮਣੇ ਮੋੜੀ ਤਾਂ ਜਾਨੇ ਆ, ਹੋਰ ਕਸਰ ਹੈ ਕੋਈ? ਸੱਥ 'ਚ ਹਾਸੜ ਪੈ ਗਿਆ। ਜਾਗਰ ਵੀ ਨਾਲ ਹੱਸੀ ਜਾਂਦਾ ਸੀ। ਚੁੱਪ ਕਰੋ ਸਾਲਿਓ, ਮੂੰਹ ਸੰਭਾਲ ਕੇ ਬੋਲੋ। ਮਾੜੀ ਗੱਲ ਨੂੰ ਬਿਨਾਂ ਲਾਏ ਤੋਂ ਖੰਭ ਲੱਗ ਜਾਂਦੇ ਐ। ਧੰਨੇ ਕਾ ਗੁਰਦੇਵ ਮੈਂਬਰ ਕਹਿੰਦਾ। ਤੇ ਫਿਰ ਉਹ ਜਾਗਰ ਨੂੰ ਝਈ ਲੈ ਕੇ ਪਿਆ। ਖੜਾ ਕੀ ਵੇਖਦੇ ਆ ਓਏ, ਜਾ ਕੇ ਕੱਖ ਲੈ ਆ ਖੇਤੋਂ। ਬਿੱਕਰ ਫਿਰ ਛੁੱਟੀ ਆਇਆ। 4 ਕੁ ਦਿਨ ਹੋ ਰਿਹਾ। 5ਵੇਂ ਦਿਨ ਉਹਨੇ ਪਰਿਵਾਰ ਨੂੰ ਨਾਲ ਲੈ ਕੇ ਜਾਣਾ ਸੀ। ਤੁਰੰਤ ਤੋਂ ਪਹਿਲਾਂ ਜਸਵਿੰਦਰ ਗਰਦਿਆਲੋ ਕੇ ਆਈ ਤੇ ਘਰ ਦੀਆਂ ਕੁੰਜੀਆਂ ਫੜਾ ਕੇ ਕਹਿੰਦੀ, ਭੈਣ ਜੀ ਹਫ਼ਤੇ 10 ਦਿਨਾਂ ਬਾਅਦ ਸਾਡਾ ਘਰ ਖੋਲ ਕੇ ਵੇਖ ਲਿਆ ਕਰੋ। ਪ੍ਰਾਹੁਣੇ ਧਰਾਉਣੇ ਆਉਣ ਤਾਂ ਪਾ ਦਿਆ ਕਰੋ। ਸਾਡੇ ਘਰ ਦੇ ਵੀ ਗੇੜਾ ਮਾਰਿਆ ਕਰਨਗੇ। ਆਓਗੇ ਕਦੋਂ ਮੁੜ ਕੇ? ਸਾਲ ਕੋ ਤਾਂ ਲੱਗ ਹੀ ਜਾਊ। ਜਵਾਕ ਪੜ੍ਹਨ ਲਾਵਾਂਗੇ, ਛੁੱਟੀਆਂ 'ਚ ਹੀ ਆਇਆ ਕਰਾਂਗੇ। ਜਾਗਰ ਮੰਜੇ ਤੇ ਬੈਠਾ ਸੀ। ਉਹਨੂੰ ਵੇਖ ਕੇ ਹੱਸਦੀ ਹੋਈ ਜਸਵਿੰਦਰ ਕਹਿੰਦੀ, ਚੱਲ ਵੇ ਭਗਤਾ, ਤੂੰ ਵੀ ਸਾਡੇ ਨਾਲ ਚੱਲ। ਸਾਡੇ ਜਵਾਕ ਸਾਂਭ ਲਿਆ ਕਰੀ ਉੱਥੇ। ਸਾਂਭ ਲਿਆ ਕਰੂੰ। ਇਹ ਕਹਿ ਕੇ ਉਹ ਗਰਦਿਆਲੋ ਵੱਲ ਝਾਕਿਆ।
ਉਹਨੂੰ ਮੰਨੇ ਖੜੇ ਨੂੰ ਵੇਖ ਕੇ ਕਹਿੰਦੀ, ਵੇ ਸਿੱਧਰਿਆ, ਇਹ ਤਾਂ ਟਿਚਰਾਂ ਕਰਦੀ ਹੈ ਤੈਨੂੰ। ਅਕਲ ਨੂੰ ਵੀ ਹੱਥ ਮਾਰ ਲਿਆ ਕਰ ਮਾੜਾ ਮੋਟਾ, ਕਿਉਂ ਸੱਗੀ ਨਾਲ ਪਰਾਂਦਾ ਬਣ ਗਿਆ ਮਿੰਟਾਂ 'ਚ। ਫਿਰ ਇੱਕ ਦਿਨ ਜਾਗਰ ਆਪਣੀ ਛੋਟੀ ਭਾਣਜੀ ਨੂੰ ਕਹਿੰਦਾ, ਭੈਣੇ ਸਾਲ ਕਿੱਡਾ ਕੁ ਹੁੰਦਾ? ਸਾਲ ਬਹੁਤ ਵੱਡਾ ਹੁੰਦਾ ਹੈ। ਕਿੱਡਾ ਕੁ? ਫਿਰ ਵੀ ਤੈਨੂੰ ਆਏ ਨੂੰ ਅੱਧਾ ਸਾਲ ਹੋ ਗਿਆ, ਅੱਧਾ ਹੋਰ ਲਾ ਲੈ। ਸੁਣ ਕੇ ਜਾਗਰ ਨਹੀਂ ਬੋਲਿਆ। 4 ਕੁ ਦਿਨਾਂ ਬਾਅਦ ਧਨੌਲੇ ਦੀ ਪਸ਼ੂ ਮੰਡੀ ਸੀ। ਜਾਗਰ ਦਾ ਭਾਈ ਮੱਝ ਵੇਚਣ ਆਇਆ। ਭੈਣ ਨੂੰ ਮਿਲ ਕੇ ਜਦੋਂ ਉਹ ਜਾਣ ਲੱਗਿਆ ਤਾਂ ਜਾਗਰ ਕਹਿੰਦਾ, ਮੈਂ ਬਾਈ ਤੇਰੇ ਨਾਲ ਜਾਣਾ, ਤੂੰ ਰਹਿ ਮਹੀਨਾ ਕੁ ਹੋਰ, ਕਪਾਹ ਚੁੱਕ ਕੇ ਜਾਈਂ, ਸਾਨੂੰ ਸਹਾਰਾ ਲੱਗ ਜੂ ਤੇਰਾ। ਪਰ ਉਹ ਚੁੱਪ ਕਰਿਆ, ਗੁਰਨਾਮ ਵੱਲ ਵੇਖਦਾ ਰਿਹਾ ਤੇ ਫਿਰ ਉਹਦੇ ਤੇ ਤਰਸ ਕਰਦਾ ਉਹ ਕਹਿੰਦਾ, ਕੋਈ ਨਾ ਭੈਣੇ, ਮੈਂ ਕੇਰਾਂ ਲੈ ਜਾਣਾ, ਤੂੰ 10 ਕੁ ਦਿਨਾਂ ਨੂੰ ਲੈ ਆਈ, ਐਵੇਂ ਨਾ ਕਿਤੇ ਦਿਲ ਨੂੰ ਗੱਲ ਆ ਜੇ। ਪੇਕੇ ਘਰ ਆ ਕੇ ਗਰਦਿਆਲੋ ਭਰਜਾਈਆਂ ਨਾਲ ਦੁੱਖ ਸੁੱਖ ਕਰਦੀ ਰਹੀ। ਪਰ ਅਚਾਨਕ ਉਹਦੀ ਭਰਜਾਈ ਰੂਪੋ ਕਹਿੰਦੀ, ਭੈਣ ਜੀ, ਜਿਉਂ ਭਗਤ ਇੱਥੇ ਆਇਆ ਬੁਲਾਇਆ ਮਸਾਂ ਹੀ ਬੋਲਦਾ, ਉੱਥੇ ਖੇਤ ਗਏ ਦੀ ਕਿਸੇ ਨੇ ਕੁੱਟਮਾਰ ਤਾਂ ਨਹੀਂ ਕੀਤੀ? ਅਸੀਂ ਤਾਂ ਕਦੇ ਖੇਤ ਭੇਜਿਆ ਹੀ ਨਹੀਂ ਸੀ ਇਹਨੂੰ, ਰੋਟੀ ਖਾ ਕੇ ਸੱਥ 'ਚ ਹੀ ਬਹਿੰਦਾ ਸੀ ਜਾਂ ਟੀਵੀ ਵੇਖਦਾ ਰਹਿੰਦਾ। ਤੇ ਫਿਰ ਮੋੜ ਕੇ ਗਰਦਿਆਲੋ ਕਹਿੰਦੀ, ਜਿਹੜੀ ਗੱਲ ਤੂੰ ਪੁੱਛਦੀ ਐ ਉਹਦਾ ਮੈਨੂੰ ਫਿਕਰ ਸੀ, ਮੈਂ ਤਾਂ ਤੈਥੋਂ ਆਪ ਪੁੱਛਣਾ ਸੀ ਕਿ ਕੋਈ ਇੱਥੇ ਗੱਲ ਤਾਂ ਨਹੀਂ ਹੋਈ। ਉਹਦੀ ਭਰਜਾਈ ਕਹਿੰਦੀ, ਇੱਥੇ ਕੋਈ ਗੱਲ ਨਹੀਂ ਹੋਈ, ਅੱਗੇ ਆਥਣੇ ਮੁੰਡਿਆਂ ਖੁੰਡਿਆਂ 'ਚ ਜਾ ਬਹਿੰਦਾ ਸੀ, ਹੁਣ ਉੱਥੇ ਵੀ ਨਹੀਂ ਜਾਂਦਾ। ਇਹਦਾ ਭਾਈ ਇੱਕ ਦਿਨ ਡੇਰੇ ਲੈ ਕੇ ਗਿਆ ਸੀ, ਇਹਨੂੰ ਵੇਖ ਕੇ ਸੰਤ ਕਹਿੰਦੇ, ਫਿਕਰ ਵਾਲੀ ਕੋਈ ਗੱਲ ਨਹੀਂ, ਬੁਲਾਇਆ ਚਲਾਇਆ ਕਰੋ, ਇਹਨੂੰ ਆਪੇ ਬੋਲਣ ਲੱਗ ਜੂ। ਗੱਡੀ ਆਉਣ 'ਚ ਅੱਧਾ ਘੰਟਾ ਰਹਿ ਗਿਆ ਸੀ। ਗਰਦਿਆਲੋ ਦੀ ਭਰਜਾਈ ਨੇ ਚਾਹ ਧਰ ਦਿੱਤੀ। ਜਵਾਕ ਭੇਜ ਕੇ ਗੁਰਨਾਮ ਨੂੰ ਵੀ ਖੇਤੋਂ ਬੁਲਾ ਲਿਆ। ਚਾਹ ਪੀਣ ਪਿੱਛੋਂ ਗਰਦਿਆਲੋ ਨੇ ਸਾਰਾ ਟੱਬਰ ਸੱਥ ਟਪਾ ਕੇ ਮੁੜਿਆ। ਪਰ ਗੁਰਨਾਮ ਸਟੇਸ਼ਨ ਤੱਕ ਆਇਆ। ਗੁਰਨਾਮ ਨੇ ਗਰਦਿਆਲੋ ਨੂੰ ਪਲੇਟਫਾਰਮ ਤੇ ਬਿਠਾ ਦਿੱਤਾ ਅਤੇ 2 ਟਿਕਟਾਂ ਲੈ ਆਇਆ ਤੇ ਗਰਦਿਆਲੋ ਨੂੰ ਦੋਵੇਂ ਟਿਕਟਾਂ ਫੜਾ ਕੇ ਆਪ ਨੇੜਲੇ ਫਾਟਕ ਤੇ ਚਲਿਆ ਗਿਆ। ਉਹ ਸੋਚ ਰਿਹਾ ਸੀ ਕਿ ਉਹ ਜਾਗਰ ਤੋਂ ਕੱਖਾਂ ਦੀ ਭਰੀ ਉੱਥੇ ਹੀ ਸੁਟਵਾ ਲਵੇਗਾ ਅਤੇ ਭੈਣ ਵਾਲੇ ਡੱਬੇ 'ਚ ਗੱਡੀ ਚੜਾ ਦੇਵੇਗਾ। ਉਹਦੇ ਕੱਪੜਿਆਂ ਵਾਲਾ ਝੋਲਾ ਗਰਦਿਆਲੋ ਘਰੋਂ ਲੈ ਆਈ ਸੀ। ਗੱਡੀ ਆਈ, ਸਵਾਰੀਆਂ ਉਤਰੀਆਂ, ਨਵੀਆਂ ਸਵਾਰੀਆਂ ਚੜ੍ਹ ਗਈਆਂ। ਗਰਦਿਆਲੋ ਗੱਡੀ ਦੀ ਤਾਕੀ 'ਚ ਆ ਖੜੀ। ਪਰ ਜਦੋਂ ਗੱਡੀ ਫਾਟਕ ਕੋਲ ਆਈ ਤਾਂ ਉਹਨੇ ਦੂਰ ਤੱਕ ਪਹੇ 'ਚ ਨਿਗਾਹ ਮਾਰੀ। ਉਹਨੂੰ ਜਾਗਰ ਆਉਂਦਾ ਵਿਖਾਈ ਨਹੀਂ ਦਿੱਤਾ। ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੀ ਬੂਟਾ ਸਿੰਘ ਚੌਹਾਨ ਦੀ ਲਿਖੀ ਹੋਈ ਕਹਾਣੀ ਬਿੱਲੀਆਂ ਅੱਖਾਂ ਵਾਲੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਤੁਹਾਡੇ ਸੁਝਾਵਾਂ ਦੀ ਸਾਨੂੰ ਉਡੀਕ ਰਹੇਗੀ। ਤੇ ਹੁਣ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਇਜਾਜ਼ਤ ਦਿਓ। ਖੁਸ਼ ਰਹੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।